खेती ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਬੜਾ ਇਸ਼ੂ ਖੜਾ ਕਰਤਾ ਵੀ ਸੀਟ ਦੇ ਮਾਮਲੇ 'ਚ ਵੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਨੇ। ਨਵਜੋਤ ਸਿੰਘ ਸਿੱਧੂ ਜੀ ਤਾਂ ਆਪਦੀ ਜ਼ਮੀਨ ਤਲਾਸ਼ ਰਹੇ ਨੇ, ਕਿਉਂਕਿ ਉਹਨਾਂ ਦੀ ਆਪਦੀ ਪਾਰਟੀ ਨੇ ਉਹਨਾਂ ਨੂੰ ਦਰਕਨਾਰ ਕੀਤਾ ਹੋਇਆ। ਸੋ ਉਹਨਾਂ ਦਾ ਮਕਸਦ ਸਿਰਫ ਆਪਦੀ ਗੱਲ, ਆਪਦੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਲੱਭਣੀ ਆ, ਨਾ ਕਿ ਹੋਰ ਕੋਈ। ਪਟਿਆਲੇ ਵਾਲੀ ਘਟਨਾ ਨੂੰ ਲੈ ਕੇ ਸਿੱਧਾ ਜਿਹੜਾ ਟਾਰਗੇਟ ਕੀਤਾ ਗਿਆ ਉਹ ਬੀਜੇਪੀ ਨੂੰ ਕੀਤਾ ਗਿਆ ਕਿ ਬੀਜੇਪੀ ਆ ਜਿਹੜੀ ਉਹ ਇਹਦੀ ਮਾਸਟਰਮਾਈਂਡ ਆ, ਉਹ ਸਭ ਕੁਝ ਕਰਵਾਉਣ ਵਾਲੀ ਆ। ਪਰਵਾਨਾ ਜੀ ਨੇ ਦੇ ਪਿੱਛੇ ਆ ਕੇ ਅਕਾਲੀ ਦਲ ਖੜ ਗਿਆ ਤੇ ਦੂਜਿਆਂ ਦੇ ਪਿੱਛੇ ਆ ਕੇ ਬੀਜੇਪੀ ਖੜ ਗਈ, ਤੇ ਇਹ ਪ੍ਰੀ ਪਲਾਨਡ ਸੀ। ਹੋਰ ਇੱਕ ਕੀ ਵਿਰੋਧੀ ਤੇਰੀ ਗੱਲ 'ਚ ਹੋਰ ਕਹਿੰਦਾ ਕਿ ਦੂਜੇ ਪਾਸੇ ਸਿਕਿਉਰਟੀਆਂ ਆਪਣੀਆਂ ਵਧਾਈਆਂ ਜਾਂਦੀਆਂ ਨੇ, ਸਾਡੀਆਂ ਘਟਾਈਆਂ ਜਾਂਦੀਆਂ। ਜਿਹਨੂੰ ਲੋਕਾਂ ਨੇ ਨਕਾਰਤਾ ਉਹਨੂੰ ਕੀ ਲੋੜ ਆ। ਜਿਹੜੇ ਪੁਰਾਣੇ ਲੀਡਰ ਨੇ ਇਹਨਾਂ ਕੋਲ ਤਾਂ ਵੱਡੇ ਵੱਡੇ ਬੰਗਲੇ ਨੇ ਚੰਡੀਗੜ੍ਹ 'ਚ, ਇਹ ਫਰੈਟਾ ਫਰੂਟ ਤਾਂ ਇਹਨਾਂ ਨੇ ਆਪਦੇ ਗਨਮੈਨਾਂ ਵਾਸਤੇ ਰੱਖੇ ਸੀ, ਤੇ ਜੇ ਉਹ ਉੱਥੋਂ ਹੁਣ ਸਮਾਨ ਚੁਕਾਦਾ ਤਾਂ ਕੋਈ ਗਲਤ ਨਹੀਂ ਕੀਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ, ਤੇ ਅੱਜ ਅਸੀਂ ਗੱਲ ਕਰਾਂਗੇ ਧਰਮਕੋਟ ਤੋਂ ਐਮਐਲਏ ਲਾਡੀ ਢੋਸੋਣਾ ਨਾਲ। ਹਾਲਾਂਕਿ ਦਵਿੰਦਰ ਸਿੰਘ ਲਾਡੀ ਹੈ, ਪਰ ਲਾਡੀ ਢੋਸੋਣਾ ਦੇ ਨਾਂ ਤੋਂ ਇਹ ਜਾਣੇ ਜਾਂਦੇ ਨੇ। ਬਹੁਤ ਬਹੁਤ ਸਵਾਗਤ ਹੈ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। 50 ਦਿਨ ਪੂਰੇ ਹੋਏ ਨੇ ਆਮ ਆਦਮੀ ਪਾਰਟੀ ਨੂੰ। ਕਾਰਜਕਾਲ ਦੀ ਚਰਚਾ ਕਰ ਲੈਂਦੇ ਹਾਂ। ਕਿਸ ਤਰੀਕੇ ਨਾਲ ਤੁਸੀਂ ਇੱਕ ਐਮਐਲਏ ਆਮ ਆਦਮੀ ਦੇ ਪਾਰਟੀ ਦੇ ਹੋਣ ਨਾਤੇ ਦੇਖੋ? 50 ਸਾਲ ਤਾਂ ਪਹਿਲਾਂ ਵੀ 75 70 72 ਸਾਲ ਹੋ ਗਏ ਸਰਕਾਰਾਂ ਬਣਦੀਆਂ ਨੂੰ। 50 ਦਿਨ ਹਰੇਕ ਪੂਰੇ ਕਰਦੇ ਨੇ, ਪਰ ਕੋਈ ਆਪਦਾ ਰਿਪੋਰਟ ਕਾਰਡ ਪੇਸ਼ ਨਹੀਂ ਕਰਦਾ। 4 ਸਾਲਾਂ ਬਾਅਦ 4.5 ਸਾਲਾਂ ਬਾਅਦ ਬਾਕੀ ਪਾਰਟੀਆਂ ਕੰਮ ਕਰਨਾ ਸ਼ੁਰੂ ਕਰਦੀਆਂ ਨੇ, ਜਦੋਂ ਉਹਨਾਂ ਨੂੰ ਡਰ ਹੁੰਦਾ ਕਿ ਅਗਲੀ ਵਾਰੀ ਅਸੀਂ ਫਿਰ ਇਲੈਕਸ਼ਨ ਦੇ ਵਿੱਚ ਜਾਣਾ। ਇਹ ਮੈਂ ਸਮਝਦਾ ਕਿ ਪਹਿਲੀ ਸਰਕਾਰ ਹੋਊ ਪੰਜਾਬ ਦੀ ਜਿਨ੍ਹਾਂ ਨੇ ਪਹਿਲੇ 50 ਦਿਨਾਂ ਦੇ ਵਿੱਚ ਲੋਕਾਂ ਨੂੰ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ, ਜੋ ਲੋਕਾਂ ਨੂੰ ਉਹਨਾਂ ਲਈ ਦੇਣ ਲਈ ਕੋਈ ਬਣਦਾ ਸੀ, ਉਹ ਕੰਮ ਉਹਨਾਂ 'ਤੇ ਕੰਮ ਕਰਨਾ ਸ਼ੁਰੂ ਕੀਤਾ। ਸੋ ਇਹਦੇ ਵਿੱਚ ਚਾਹੇ ਨੌਕਰੀਆਂ ਦੀ ਗੱਲ ਲੈ ਲਈਏ, ਚਾਹੇ ਬਿਜਲੀ ਦੀ ਗੱਲ ਲਈਏ, ਚਾਹੇ ਕਿਸਾਨੀ ਦੀ ਗੱਲ ਕਰੀਏ, ਸੋ ਸਾਰੇ ਪਹਿਲੂਆਂ ਨੂੰ ਅਸੀਂ ਪਹਿਲੇ 50 ਦਿਨਾਂ ਦੇ ਵਿੱਚ ਅਸੀਂ ਸ਼ੋਅ ਲਿਆ। ਸੋ ਮੈਂ ਸਮਝਦਾ ਕਿ ਇਹੋ ਜਿਹਾ 50 ਦਿਨਾਂ ਦੇ ਵਿੱਚ ਜਿਹੜਾ ਕੰਮ ਹੋਇਆ ਕਿਸੇ ਸਰਕਾਰ ਨੇ ਹੁਣ ਤੱਕ ਕੀਤਾ ਨਹੀਂ। ਸਰ ਤੁਸੀਂ ਨੌਕਰੀ ਦੀ ਗੱਲ ਕੀਤੀ ਹੈ, 26,000 ਨੌਕਰੀਆਂ ਦੀ ਗੱਲ ਆਉਂਦੀ ਆ, ਜਦ ਕਿ ਵਿਰੋਧੀ ਧਿਰ ਜਾਂ ਜਿਹੜੀ ਅਕਾਲੀ ਦਲ ਉਹ ਇਹ ਕਹਿੰਦਾ ਕਿ ਕੇਵਲ ਨੋਟੀਫਿਕੇਸ਼ਨਾਂ ਜਾਰੀ ਹੁੰਦੀਆਂ ਨੇ, ਤੇ ਉਹਨੂੰ ਲੈ ਕੇ ਇਹ ਵਾਅਦੇ ਦਾਅਵੇ ਕਰੀ ਜਾਂਦੇ ਨੇ ਕਿ ਅਸੀਂ ਪੂਰੇ ਕਰਤੇ ਹਾਂ ਵਾਅਦੇ, ਹਜੇ ਹੋਣਗੇ ਜਾਂ ਦੇਖਾਂਗੇ। ਕੱਲੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਵੀਰ ਜੀ, ਸਾਰੇ ਤੁਹਾਨੂੰ ਮਹਿਕਮਿਆਂ ਦੀ ਡਿਟੇਲ ਦਿੱਤੀ ਆ ਕਿ ਸਿੱਖਿਆ ਦੇ ਵਿੱਚ ਅਸੀਂ ਕਿੰਨੇ ਭਰਤੀ ਕਰਨੇ ਆ, ਅਸੀਂ ਹੈਲਥ ਦੇ ਵਿੱਚ ਕਿੰਨੇ ਭਰਤੀ ਕਰਨੇ ਆ, ਅਸੀਂ PWD ਦੇ ਵਿੱਚ ਕਿੰਨੇ ਭਰਤੀ ਕਰਨੇ ਆ। ਉਹ ਸਾਰੀ ਡਿਟੇਲਸ ਤਕਰੀਬਨ 25 ਮਹਿਕਮੇ ਨੇ ਜਿਨ੍ਹਾਂ ਦੇ ਵਿੱਚ ਇਹ ਭਰਤੀਆਂ ਹੋਣੀਆਂ ਨੇ, ਉਹ ਸਾਰੀ ਡਿਟੇਲਸ ਦਿੱਤੀ ਹੋਈ ਆ। ਸੋ ਇਸ ਕਰਕੇ ਇਕੱਲਾ ਨੋਟੀਫਿਕੇਸ਼ਨ ਨਹੀਂ ਹੋਊਗਾ, ਇਹ ਭਰਤੀਆਂ ਵੀ ਹੁਣ ਹੀ ਵੇਖਿਓ ਤੁਸੀਂ, ਆ ਜਿਹੜਾ ਥੋੜ੍ਹੇ ਦਿਨਾਂ ਦੇ ਵਿੱਚ ਇਹ ਭਰਤੀਆਂ ਸਟਾਰਟ ਹੋ ਜਾਣਗੀਆਂ। ਨਾਲ ਵੈਬਸਾਈਟ ਦਿੱਤੀਆਂ ਹੋਈਆਂ ਨੇ ਜਿੱਥੇ ਤੁਸੀਂ ਜਾ ਕੇ ਇਹ ਆਪਦੀ ਭਰਤੀ ਇਹ ਭਰ ਸਕਦੇ ਹੋ। ਠੀਕ ਹੈ, ਤੁਸੀਂ ਇਹ ਹੁਣ ਭਰਤੀਆਂ ਕੀਤੀਆਂ ਨਵੇਂ, ਜੋ ਜਿਵੇਂ ਲਿਖਿਆ ਡਿਗਰੀ ਦੇ ਪਹਿਲ ਦੇ ਆਧਾਰ 'ਤੇ, ਐਜੂਕੇਸ਼ਨ ਦੇ ਆਧਾਰ 'ਤੇ ਦਿੱਤੀ ਜਾਊਗੀ। ਪਰ ਜਿਹੜੇ ਪਿਛਲੀ ਸਰਕਾਰ ਵੇਲੇ ਲੋਕ ਸੀ ਜਿਨ੍ਹਾਂ ਨੇ ਕਲੀਅਰ ਵੀ ਕੀਤੇ ਨੇ, ਸਾਰੇ ਰਾਊਂਡ ਕਲੀਅਰ ਕੀਤੇ ਸੀ, ਲੈਟਰ ਹੱਥ 'ਚ ਆਉਣੇ ਬਾਕੀ ਸੀ, ਉਹਨਾਂ ਲਈ ਕੀ ਕੀਤਾ ਜਾਊਗਾ? ਕਿ ਉਹਨਾਂ ਨੂੰ ਵੀ ਕਿਤੇ ਜਗ੍ਹਾ ਦਿੱਤੀ ਜਾਊ ਜਾਂ ਫਿਰ ਹੁਣ ਤੁਸੀਂ ਨਵੇਂ ਲਿਆਓਗੇ ਸਾਰੇ? ਵੇਖੋ, ਇਹਦੇ ਨਾਲ ਇੱਕ ਹੋਰ ਐਲਾਨ ਵੀ ਕੀਤਾ ਸੀ ਕਿ ਜਿਹੜੇ 36,000 ਜਿਹੜੇ ਕੱਚੇ ਨੌਜਵਾਨ ਨੇ ਉਹਨਾਂ ਨੂੰ ਵੀ ਪੱਕੇ ਕਰਨਾ ਹੈ। ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਨੌਕਰੀਆਂ ਭਰੀਆਂ ਉਹ ਵੀ ਤਕਰੀਬਨ ਅਸੀਂ ਕਰ ਰਹੇ ਹਾਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਈ ਮੇਰੇ ਭਰਾਵਾਂ ਦੇ, ਕਈ ਭੈਣਾਂ ਦੇ ਜਿਹੜੇ ਏਜ ਜਿਹੜੀ ਲਿਮਟ ਸੀ ਉਹ ਉਹਨਾਂ ਦੀ ਲੰਘ ਗਈ ਆ। ਜਿਹੜੀ ਏਜ ਇੱਕ ਹੁੰਦੀ ਆ ਉਸ ਤੋਂ ਲੰਘ ਗਿਆ। ਮੈਨੂੰ ਲੱਗਦਾ ਅਸੀਂ ਉਹ ਵੀ ਉੱਤੇ ਵਿਚਾਰ ਕਰ ਰਹੇ ਹਾਂ, ਸ਼ਾਇਦ ਉਹਨਾਂ ਨੂੰ ਵੀ ਜਲਦੀ ਹੀ ਇਸ ਨੌਕਰੀਆਂ ਦੇ ਵਿੱਚ ਛੋਟ ਦੇਵਾਂਗੇ। ਠੀਕ ਹੈ, ਪੜ੍ਹੇ ਲਿਖੇ ਨੂੰ ਮਿਲ ਜੇਗੀ, ਡਿਗਰੀ ਵਾਲਾ ਲੈ ਜਾਏਗਾ, BA ਵਾਲਾ ਲੈ ਜਾਏਗਾ, +2 ਵਾਲਾ ਲੈ ਜਾਏਗਾ। ਜਿਹੜੇ ਵਿਚਾਰੇ ਨਹੀਂ ਪੜ੍ਹ ਪਾਉਂਦੇ ਕਿਸੇ ਕਾਰਨ ਵਕਤ, ਉਹਨਾਂ ਲਈ ਕੀ ਕਰੇਗੀ ਸਰਕਾਰ? ਕੀ ਉਹਨਾਂ ਲਈ ਵੀ ਕੋਈ ਰੁਜ਼ਗਾਰ ਦਾ ਹੀਲਾ ਕਰੇਗੀ ਜਾਂ ਕੋਈ ਹੋਰ ਜਿਹੜੀ ਸਕੀਮ ਲਿਆਵੇਗੀ? ਉਹਨਾਂ ਲਈ ਕੱਲ੍ਹ ਹੀ ਜਿਵੇਂ ਸਾਡੇ ਮਾਨ ਸਾਹਿਬ ਦੀ ਆਸਟ੍ਰੇਲੀਆ ਦੇ ਜਿਹੜੇ ਡਿਪਲੋਮੈਟ ਹੈ ਉਹਨਾਂ ਨਾਲ ਗੱਲਬਾਤ ਹੋਈ ਆ, ਉਹ ਇਸੇ ਸੰਬੰਧ ਦੇ ਵਿੱਚ ਹੋਈ ਹੈ ਕਿ ਜਿੰਨਾ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨਗੀਆਂ, ਦੂਜੀਆਂ ਬਾਹਰਲੀਆਂ ਕੰਟਰੀਆਂ ਕਰਨਗੀਆਂ, ਬਾਹਰਲੀਆਂ ਪਾਰਟੀਆਂ ਕਰਨਗੀਆਂ, ਕਾਰੋਬਾਰੀ ਆਉਣਗੇ, ਉਦੋਂ ਜਦੋਂ ਉਹ ਪਾਰਟੀਆਂ ਉਹ ਕਾਰੋਬਾਰੀ ਪੰਜਾਬ ਦੇ ਵਿੱਚ ਨਿਵੇਸ਼ ਕਰਨਗੇ, ਕਾਰੋਬਾਰ ਖੁੱਲ੍ਹਣਗੇ, ਉਦੋਂ ਜਿਹੜੇ ਵਿਚਾਰੇ ਮੇਰੇ ਭਰਾ ਜਿਹੜੇ ਕਿ ਨਹੀਂ ਪੜ੍ਹ ਲਿਖ ਸਕੇ, ਜਿਹੜੇ ਜਾਂ ਘੱਟ ਪੜ੍ਹੇ ਲਿਖੇ ਆ, ਉਦੋਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਨੌਕਰੀਆਂ ਮਿਲਣਗੀਆਂ। ਇੱਕ ਹੋਰ ਤੁਸੀਂ ਜਿਹੜਾ ਵਾਅਦਾ ਪੂਰਾ ਕੀਤਾ ਜਾਂ ਰਿਪੋਰਟ ਕਾਰਡ ਪੇਸ਼ ਕੀਤਾ ਬਿਜਲੀ ਨੂੰ ਲੈ ਕੇ, ਬਿਜਲੀ ਦੀ ਲਗਾਤਾਰ ਸਮੱਸਿਆ ਬਣੀ ਹੋਈ ਹੈ। 300 ਯੂਨਿਟਾਂ ਫ੍ਰੀ ਦੀ ਜਾਂ 600 ਯੂਨਿਟਾਂ 2 ਮਹੀਨੇ ਨੋਟੀਫਿਕੇਸ਼ਨ ਤਾਂ ਦੂਰ ਦੀ ਗੱਲ ਹੈ ਕਿ ਲਾਈਟ ਹੀ ਨਹੀਂ ਪੂਰੀ ਹੁੰਦੀ। ਦੇਖੋ, ਲਾਈਟ ਦੀ ਪ੍ਰੋਬਲਮ ਸੀ, ਤਕਰੀਬਨ 4-5 ਦਿਨ ਪ੍ਰੋਬਲਮ ਰਹੀ ਹੈ ਲਾਈਟ ਦੀ, ਪਰ ਹੁਣ ਤਕਰੀਬਨ ਬੈਕ ਟੂ ਨਾਰਮਲ ਹੋ ਗਈ ਹੈ। ਕਿਉਂਕਿ ਇਹਦੇ ਵਿੱਚ ਨਾ ਸਭ ਤੋਂ ਵੱਡਾ ਹਿੱਸਾ ਜਿਹੜਾ ਹੁੰਦਾ ਸੈਂਟਰ ਵੱਲੋਂ ਵੀ ਹੁੰਦਾ, ਵੀ ਕਿ ਸੈਂਟਰ ਦਾ ਇੱਕ ਹਿੱਸਾ
ਪੰਜਾਬ ਨੂੰ ਦੇਣਾ ਹੁੰਦਾ ਤੇ ਸੈਂਟਰ ਨੇ ਉਹ ਹਿੱਸਾ ਬਿਲਕੁਲ ਆਪਦਾ ਜਿਹੜਾ ਹੈਗਾ ਉਹ ਬੰਦ ਕਰਤਾ, ਉਹਨਾਂ ਨੇ ਹੱਥ ਆਪਦਾ ਖਿੱਚ ਲਿਆ ਸੀ। ਤੇ ਕੁਦਰਤੀ ਉਹਨਾਂ ਦਿਨਾਂ ਦੇ ਵਿੱਚ ਹੀ ਗਰਮੀ ਹੋਣ ਕਰਕੇ ਸਾਡੇ 4 ਥਰਮਲ ਪਲਾਂਟ ਬੰਦ ਹੋ ਗਏ ਤੇ ਉਹਦੇ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆਈ ਸੀ, ਪਰ ਹੁਣ ਬੈਕ ਟੂ ਨਾਰਮਲ ਹੈ। ਹੁਣ ਲਾਈਟ ਦੇ ਉਹਨੇ ਕੱਟ ਨਹੀਂ ਲੱਗ ਰਹੇ ਤੇ ਥੋੜ੍ਹੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਸਾਰਾ ਕੁਝ ਹੋ ਜਾਊਗਾ ਠੀਕ। ਲਗਾਤਾਰ 300 ਯੂਨਿਟ ਦੇ ਉੱਤੇ ਵੀ ਬਦਲਦੀ ਗਈ, ਨੋਟੀਫਿਕੇਸ਼ਨ ਬਦਲੀ ਗਈ ਜਾਂ ਗੱਲਾਂ ਬਦਲਦੀਆਂ ਗਈਆਂ। ਪਹਿਲਾਂ ਇੰਨੇ ਮੀਟਰ ਦੇ ਲੋਡ ਵਾਲੇ ਮੀਟਰ ਨੂੰ ਮਿਲੇਗਾ, ਫਿਰ ਉਸ ਤੋਂ ਘੱਟ ਵਾਲੇ ਤੇ ਆ ਗਈ ਗੱਲ ਆ ਗਈ, ਫਿਰ ਜਰਨਲ ਨੂੰ ਨਹੀਂ ਮਿਲੇਗਾ, ਐਸਸੀ ਨੂੰ ਮਿਲੇਗਾ। ਇਸ ਨੂੰ ਲੈ ਕੇ ਵੀ ਜਿਹੜੇ ਲੋਕ ਬੜੇ ਛਛੋਪੰਚ ਪਏ ਰਹੇ ਨੇ ਕਿ ਕੀ ਸੀ ਪੂਰਾ ਉਹ ਮਾਜਰਾ ਕੀ ਸੀ? ਵੇਖੋ ਜੀ, ਜਿਹੜੇ ਇਹ 300 ਯੂਨਿਟ ਬਿਜਲੀ ਦੇ ਆ, ਇਹ ਹਰੇਕ ਵਰਗ ਨੂੰ ਮਿਲ ਰਹੇ ਆ ਜਿਹੜੇ ਫ੍ਰੀ ਆ। ਹਾਂ, ਇੱਕ ਗੱਲ ਜ਼ਰੂਰ ਰੱਖੀ ਹੈ ਕਿ ਜੇ ਜਰਨਲ ਵਰਗ 300 ਯੂਨਿਟ ਤੋਂ ਉੱਤੇ ਬਿਜਲੀ ਆਪਦੀ ਉਹ ਵੇਸਟ ਕਰਦਾ, ਕਿਉਂਕਿ ਜਿਹੜਾ 300 ਤੋਂ ਉੱਤੇ ਕਰਦਾ, ਮੈਂ ਇਹ ਗੱਲ ਆਪ ਮੰਨਣ ਨੂੰ ਤਿਆਰ ਹਾਂ ਕਿ ਉਹ ਬਿਜਲੀ ਮਾਫੀ ਲੈਣ ਦੇ ਹੱਕਦਾਰ ਨਹੀਂ ਹੈ। ਕਿਉਂਕਿ ਜੇ ਤਾਂ ਜਿਹੜੀ ਆਮ ਨਾਰਮਲ ਸਧਾਰਨ ਘਰ ਨੇ, ਉਹਨਾਂ ਦੇ ਵਿੱਚ 1 ਮਹੀਨੇ ਦੇ ਵਿੱਚ 300 ਤੋਂ ਉੱਤੇ ਮੀਟਰ ਨਹੀਂ ਚੱਲਦਾ। ਤੇ ਜੇ ਮੇਰੇ ਘਰੇ 5 ਏਸੀ ਆ, ਤੇ ਜੇ ਮੈਂ 5 ਏਸੀ ਲਵਾ ਸਕਦਾ ਤਾਂ ਮੈਂ ਉਹਦਾ ਬਿੱਲ ਵੀ ਭਰ ਸਕਦਾ। ਸੋ ਇਸ ਕਰਕੇ ਜਿਹੜਾ ਇਹ ਫੈਸਲਾ ਹੈ ਬਹੁਤ ਵਧੀਆ, ਤੇ ਜਿਹੜੇ ਆਮ ਸਧਾਰਨ ਲੋਕਾਂ ਨੇ ਬੜਾ ਇਹ ਪਸੰਦ ਕੀਤਾ ਜਿਹੜਾ ਇਹ ਸਰਕਾਰ। ਇਹ ਫੈਸਲਾ ਹੈਗਾ ਆ। ਖੇਤੀ ਦੀ ਗੱਲ ਕਰ ਲੈਂਦੇ ਆ। ਖੇਤੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਬੜਾ ਇਸ਼ੂ ਖੜਾ ਕਰਤਾ ਵੀ ਸੀਟ ਦੇ ਮਾਮਲੇ 'ਚ ਵੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਨੇ। ਨਵਜੋਤ ਸਿੰਘ ਸਿੱਧੂ ਜੀ ਤਾਂ ਆਪਦੀ ਜ਼ਮੀਨ ਤਲਾਸ਼ ਰਹੇ ਨੇ, ਕਿਉਂਕਿ ਉਹਨਾਂ ਦੀ ਆਪਦੀ ਪਾਰਟੀ ਨੇ ਉਹਨਾਂ ਨੂੰ ਦਰਕਿਨਾਰ ਕੀਤਾ ਹੋਇਆ। ਉਹਨਾਂ ਨੂੰ ਅੱਜ ਕੋਈ ਜਗ੍ਹਾ ਨਹੀਂ ਲੱਭ ਰਹੀ ਕਿਸੇ ਵੀ ਪਾਰਟੀ ਦੇ ਵਿੱਚ ਕਿ ਉਹ ਕਿੱਥੇ ਜਾ ਕੇ ਉਹ ਆਪਦੀ ਕੋਈ ਗੱਲਬਾਤ, ਕੋਈ ਕਿਹੜੇ ਪਲੇਟਫਾਰਮ 'ਤੇ ਆਪਦੀ ਗੱਲਬਾਤ ਰੱਖਣ। ਸੋ ਉਹਨਾਂ ਦਾ ਮਕਸਦ ਸਿਰਫ ਆਪਦੀ ਗੱਲ, ਆਪਦੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਲੱਭਣੀ ਆ, ਨਾ ਕਿ ਹੋਰ ਕੋਈ। ਇਹਦੇ ਉੱਤੇ ਕੋਈ ਜੀ, ਕਿਉਂਕਿ ਜਿਹੜੇ ਉਹ ਬੀਆਂ ਦੀ ਗੱਲ ਕਰਨ, ਜੋ ਵੀ ਮਸਲੇ ਚੱਕਦੇ ਨੇ, ਉਹ ਕੋਈ ਵੈਲਿਡ ਨਹੀਂ ਹੁੰਦੇ। ਉਹ ਸਿਰਫ ਮਸਲਾ ਉਹਨਾਂ ਦਾ ਇੱਕ ਵਾਰੀ ਹਾਈਲਾਈਟ ਤੇ ਮੀਡੀਆ ਵਿੱਚ ਆਉਣ ਦਾ ਹੁੰਦਾ। ਤੁਸੀਂ ਇਹ ਕਲੀਅਰਲੀ ਕਹਿ ਰਹੇ ਹੋ ਕਿ ਸਿਰਫ ਉਹ ਮੀਡੀਆ ਦੇ ਆਉਣ ਦੇ ਕਰਕੇ ਆਵਾਜ਼ ਬੁਲੰਦ ਕਰ ਰਹੇ ਨੇ, ਪੰਜਾਬ ਪ੍ਰਤੀ ਕੋਈ ਜ਼ਿੰਮੇਵਾਰੀ ਨਿਭਾ ਰਹੇ। ਉਹ ਲੀਡਰ ਹੀ ਮੀਡੀਆ ਦੇ ਨੇ, ਕਿਉਂਕਿ ਪੰਜਾਬ ਪ੍ਰਤੀ ਜੇ ਉਹਨਾਂ 'ਚ ਕੁਛ ਨਾ ਕੁਛ ਕੋਈ ਮਨ ਦੇ ਵਿੱਚ ਹੁੰਦਾ, ਤੇ ਫਿਰ ਉਹ ਜਦੋਂ ਉਹਨਾਂ ਦਾ ਪਿਛਲੀ ਸਰਕਾਰ ਦੇ ਵਿੱਚ ਮਹਿਕਮਾ ਚੇਂਜ ਹੋਇਆ, ਲੋਕਲ ਬਾਡੀ ਤੋਂ ਉਹਨਾਂ ਨੂੰ ਬਿਜਲੀ ਮੰਤਰੀ ਲਾਇਆ, ਉਦੋਂ ਕਿ ਹਾਲਾਂਕਿ ਬਿਜਲੀ 'ਤੇ ਬੜਾ ਵਧੀਆ ਕੰਮ ਕਰਨ ਵਾਲਾ ਹੁੰਦਾ ਪੰਜਾਬ ਦੇ ਵਿੱਚ, ਉਹ ਆਪਦਾ ਵਾਅਦਾ, ਉਹ ਆਪਦੀ ਉਹ ਅਹੁਦੇ 'ਤੇ ਰਹਿ ਕੇ, ਉਹ ਮੰਤਰੀ ਰਹਿ ਕੇ ਉਹ ਪੰਜਾਬ ਲਈ ਕੁਝ ਨਾ ਕੁਝ ਕਰਦੇ, ਪਰ ਨਹੀਂ, ਉਹਨਾਂ ਨੂੰ ਇਹ ਸੀ ਕਿ ਮੇਰੀ ਬੇਇੱਜ਼ਤੀ ਹੋਈ ਆ, ਉਹ ਪਾਸੇ ਹੋ ਗਏ। ਸੋ ਮੈਂ ਸਮਝਦਾ ਕਿ ਇਹਦੇ ਵਿੱਚ ਉਹ ਸਿਰਫ ਇੱਕ ਸੋਸ਼ਲ ਮੀਡੀਆ ਜਾਂ ਅਖਬਾਰੀ ਲੀਡਰ ਨੇ, ਕੋਈ ਹੋਰ ਥੱਲੇ ਤੱਕ ਨਹੀਂ ਹੈਗਾ। ਤੁਸੀਂ ਅੱਜ ਮੀਡੀਆ 'ਚ ਆਏ ਹੋ ਤੇ ਪਟਿਆਲੇ ਵਾਲੀ ਘਟਨਾ ਨੂੰ ਲੈ ਕੇ ਸਿੱਧਾ ਜਿਹੜਾ ਟਾਰਗੇਟ ਕੀਤਾ ਗਿਆ ਉਹ ਬੀਜੇਪੀ ਨੂੰ ਕੀਤਾ ਗਿਆ ਕਿ ਬੀਜੇਪੀ ਹੈ ਜਿਹੜੀ ਉਹ ਇਹਦੀ ਮਾਸਟਰਮਾਈਂਡ ਆ, ਉਹ ਸਭ ਕੁਝ ਕਰਵਾਉਣ ਵਾਲੀ ਆ। ਕੀ ਪ੍ਰੂਫ ਸੀ, ਕਿਸ ਬੁਨਿਆਦ ਦੇ ਉੱਤੇ ਤੁਸੀਂ ਬੀਜੇਪੀ ਨੂੰ ਘੇਰਿਆ? ਵੇਖੋ ਜੀ, ਜਿਹੜੇ ਦੋਸ਼ੀ ਸੀਗੇ ਉਸ ਐਪੀਸੋਡ ਦੇ, ਉਹ ਦੋਨੇ, ਚਾਹੇ ਸ਼ਿਵ ਸੈਨਾ ਦੇ ਹੋਣ, ਚਾਹੇ ਦੂਸਰੇ ਜਿਹੜੇ ਆਪਣੇ ਕੱਟੜਪੰਥੀਆਂ ਗਰੁੱਪ ਦੇ ਹੋਣ, ਉਹ ਦੋਨੇ ਅੰਦਰ ਹੋ ਗਏ ਨੇ, ਜਾਂ ਨਾਲ ਜਿਹੜੇ ਉਹਨਾਂ ਸਾਥੀ ਸੀਗੇ ਉਹ ਵੀ ਅੰਦਰ ਹੋ ਗਏ ਨੇ। ਸੋ ਇਹਦੇ ਵਿੱਚ ਜਿਹੜੇ ਸ਼ਿਵ ਸੈਨਾ ਵਾਲਾ ਜਿਹੜਾ ਉਹ ਇੰਚਾਰਜ ਸੀਗਾ, ਉਹਦੇ ਤਾਂ ਜਿਹੜੀ ਨੇੜਤਾ ਉਹ ਜੱਗ ਜ਼ਾਹਰ ਹੋ ਗਈ ਆ। ਉਹਦੇ ਵਿੱਚ ਕੋਈ ਦੋ ਰਹਿ ਨਹੀਂ ਗਈਆਂ। ਉਹਨਾਂ ਦੇ ਫੋਟੋਆਂ ਨੇ ਬੀਜੇਪੀ ਦੇ ਲੀਡਰਾਂ ਦੇ ਨਾਲ, ਉਹਨਾਂ ਦੇ ਜਿਹੜੇ ਰਿਕਾਰਡਿੰਗਾਂ ਨੇ, ਉੱਥੋਂ ਤੱਕ ਉਹ ਸਾਰੀਆਂ, ਉਹ ਜੇ ਅੱਜ ਪੁਲਿਸ ਦੇ ਹੱਥ ਲੱਗੀਆਂ, ਅੱਜ ਤਾਂ ਹੀ ਅਸੀਂ ਅੱਜ ਇਸ ਗੱਲ ਕਰਕੇ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਸਾਰਾ ਇਹ ਛੜਯੰਤਰ ਜਿਹੜਾ ਰਚਿਆ ਸੀ, ਇਹ ਬੀਜੇਪੀ ਨੇ ਰਚਿਆ ਸੀ। ਲੱਗਦਾ ਵੀ ਪ੍ਰੀ ਪਲੈਨਿੰਗ ਸੀ, ਇਹ ਪ੍ਰੋਪਰ ਦੋਨੋਂ ਗਰੁੱਪ ਤਿਆਰ ਕਰਕੇ ਜਾਣਬੁੱਝ ਕੇ। ਬਿਲਕੁਲ ਜੀ, ਬਿਲਕੁਲ। ਹੁਣ ਤੁਸੀਂ ਆਪ ਦੇਖ ਲਓ, ਇੱਕ ਪਾਸੇ ਪਰਵਾਨਾ ਜੀ ਦੇ ਪਿੱਛੇ ਆ ਕੇ ਅਕਾਲੀ ਦਲ ਖੜ ਗਿਆ, ਤੇ ਦੂਜਿਆਂ ਦੇ ਪਿੱਛੇ ਆ ਕੇ ਬੀਜੇਪੀ ਖੜ ਗਈ, ਤੇ ਇਹ ਪ੍ਰੀ ਪਲੈਨਡ ਸੀ, ਹੋਰ ਇਹ ਕੀ ਸੀਗਾ? ਲੱਗਦਾ ਵੀ 9 ਮਾਸ ਦਾ ਰਿਸ਼ਤਾ ਅਜੇ ਵੀ ਬਰਕਰਾਰ ਹੈ ਜੀ, ਕੋਈ ਫਰਕ ਨਹੀਂ ਹੈਗਾ, ਅਜੇ ਵੀ ਬਰਕਰਾਰ। ਤੇ ਫਿਰ ਕਿਉਂ ਰੋਕਿਆ ਨਹੀਂ ਜਾ ਸਕਦਾ ਸੀ? ਜਾਂ ਪਹਿਲਾਂ ਜਿਹੜੇ ਨੇ ਇਨਫੋਰਮੇਸ਼ਨ ਮਿਲ ਜਾਂਦੀ ਆ, ਦੋਨੋਂ ਲਾਈਵ ਹੋ ਕੇ ਚੈਲੰਜ ਕਰਦੇ ਨੇ ਇੱਕ ਦੂਜੇ ਨੂੰ, ਕਿਸ ਗੱਲ ਦੀ ਜਾਂ ਸਰਕਾਰ ਉੱਥੇ ਉਡੀਕ ਕਰ ਰਹੀ ਸੀ? ਬਾਅਦ ਚੋਂ ਵੀ ਤਾਂ ਬਦਲਿਆ ਗਿਆ, ਐਸਐਸਪੀ ਨੂੰ ਬਦਲ ਦਿੰਦੇ, ਆਈਜੀ ਨੂੰ ਬਦਲਦੇ ਆ, ਡੀਐਸਪੀ ਬਦਲ ਗਏ ਨੇ, ਪਹਿਲਾਂ ਕਿਉਂ ਨਹੀਂ ਐਕਸ਼ਨ ਹੋਇਆ? ਇਹ ਚੀਜ਼ ਜਾਂਚ ਦੇ ਘੇਰੇ ਵਿੱਚ ਆ ਜੀ, ਕਿਉਂਕਿ ਐਸਟੀਆਈ ਬਣੀ ਹੋਈ ਹੈ, ਤੇ ਇਸ ਚੀਜ਼ ਉੱਤੇ ਜਾਂਚ ਹੋ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਉਲਟ ਕਾਰਵਾਈ ਹੋਊਗੀ। ਲਾਡੀ ਸਾਹਿਬ, ਤੁਸੀਂ ਵੀ ਜਿਹੜਾ ਐਮਐਲਏ ਹੋ ਇੱਕ ਸਰਕਾਰ ਦੇ ਵਿੱਚੋਂ, ਤੇ ਸਰਕਾਰ ਨੂੰ ਲੈ ਕੇ ਐਮਓਯੂ ਇੱਕ ਸਾਈਨ ਹੁੰਦਾ, ਜਿਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਅੱਜ ਗਵਰਨਰ ਸਾਹਿਬ ਕੋਲ ਜਾ ਕੇ ਵੀ ਆਪਣੀ ਜਿਹੜੀ ਹੈ ਇੱਕ ਦਰਖਾਸਤ ਦਿੱਤੀ ਹੈ, ਇੱਕ ਜਿਹੜਾ ਉਹਨਾਂ ਨੂੰ ਦਿੱਤਾ, ਮੈਮੋਰੈਂਡਮ ਦਿੱਤਾ ਕਿ ਸਰਕਾਰ ਹੈ ਜਿਹੜੀ ਉਹ ਇੱਕ ਐਮਓਯੂ ਇਹੋ ਜਿਹਾ ਸਾਈਨ ਕਰਕੇ ਆਉਂਦੀ ਜਿਹੜੇ ਐਥੀਕਲ ਹੀ ਨਹੀਂ ਹੈਗਾ, ਤੇ ਉਹ ਓਡ ਦੀ ਵੀ ਉਲੰਘਣਾ ਹੋਈ ਆ। ਤੁਸੀਂ ਵੀ ਓਡ ਲੱਤੀ ਆ, ਤੁਸੀਂ ਵੀ ਜਾ ਕੇ ਸਹੁੰ ਚੱਕੀ ਸੀਗੀ, ਉਹਦੀ ਉਲੰਘਣਾ ਹੋਈ ਹੈ। ਦੇਖੋ ਜੀ, ਜਦੋਂ ਸਰਕਾਰਾਂ ਬਣਦੀਆਂ ਨੇ ਨਾ,
ਉਦੋਂ ਹੁਣ ਅਕਾਲੀ ਦਲ ਦੀ ਸਰਕਾਰ ਬਣੀ ਆ, ਇਹਨਾਂ ਦੇ ਆਪ ਜਾ ਕੇ ਇਹ ਇਜ਼ਰਾਈਲ ਜਾਂਦੇ ਰਹੇ ਨੇ, ਇਹ ਚਾਈਨਾ ਜਾਂਦੇ ਰਹੇ ਨੇ, ਉੱਥੇ ਜਾ ਕੇ ਉਹਨਾਂ ਤੋਂ ਸਲਾਹਾਂ ਲੈਂਦੇ ਰਹੇ ਨੇ, ਉਹਨਾਂ ਨੂੰ ਸੱਦਦੇ ਰਹੇ ਨੇ ਕਿ ਸਾਡੇ ਪੰਜਾਬ ਦੇ ਵਿੱਚ ਆਓ, ਇੱਥੇ ਆ ਕੇ ਕਾਰੋਬਾਰ ਕਰੋ, ਸਾਨੂੰ ਦੱਸੋ ਤੁਸੀਂ ਜਿਹੜੇ ਇਜ਼ਰਾਈਲ ਦੇ ਵਿੱਚ ਜਿਵੇਂ ਕਾਰੋਬਾਰ ਕਰਦੇ ਜੇ। ਮੇਰੇ ਹਿਸਾਬ ਦੇ ਨਾਲ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਵੀ ਆ 117 ਦੇ ਵਿੱਚੋਂ 3 ਸੀਟਾਂ 'ਤੇ ਰਹਿ ਗਏ। ਅੱਜ ਇਹਨਾਂ ਕੋਲੇ ਵੀ ਕੋਈ ਮੁੱਦੇ ਨਹੀਂ ਹੈਗੇ ਸਾਡੀ ਸਰਕਾਰ ਦੇ ਉਲਟ। ਇੱਕ ਤੇ ਆਪਦੀ ਸਰਕਾਰ ਦਾ ਰਿਪੋਰਟ ਕਾਰਡ ਦਾ ਪੇਸ਼ ਕਰਨਾ ਕਿ ਪਿਛਲੇ ਜਿੰਨਾ ਚਿਰ ਇਹਨਾਂ ਨੇ 20-25 ਸਾਲ ਰਾਜ ਕੀਤਾ, ਇਹਨਾਂ ਨੇ ਕੀ ਦੇਣ ਕੀ ਆ ਪੰਜਾਬ ਨੂੰ, ਸਵਾਏ ਨੌਜਵਾਨਾਂ ਨੂੰ ਨਸ਼ੇ ਵਿੱਚ ਧੱਕਣ ਤੋਂ ਬਿਨਾਂ, ਸਵਾਏ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਨ ਤੋਂ ਬਿਨਾਂ ਇਹਨਾਂ ਨੇ ਪੰਜਾਬ ਨੂੰ ਦਿੱਤਾ ਕੀ ਆ। ਇਹਨਾਂ ਨੇ ਧਰਮਾਂ ਦੇ ਵਿੱਚ ਪੰਜਾਬ ਵੰਡ ਕੇ ਰੱਖਤਾ, ਇਹਨਾਂ ਨੇ ਕਿਸੇ ਦਾ ਕੋਈ ਸਵਾਰਿਆ ਨਹੀਂ ਸਗੋਂ ਵਿਗਾੜਿਆ। ਹਾਲਾਂਕਿ ਸਿੱਖ ਧਰਮ ਦਾ ਵੀ ਜਿੰਨਾ ਕੁਝ ਇਹਨਾਂ ਨੇ ਵਿਗਾੜਿਆ ਉਹਨਾਂ ਕੋਈ ਹੋਰ ਧਰਮ ਨਹੀਂ ਕੋਈ ਵਿਗਾੜ ਸਕਿਆ ਜਿੰਨਾ ਇਹਨਾਂ ਨੇ ਸਿੱਖ ਧਰਮ ਦਾ ਨੁਕਸਾਨ ਕੀਤਾ। ਠੀਕ ਹੈ, ਬਾਹਰੋਂ ਸਲਾਹ ਲੈ ਕੇ ਆਏ ਨੇ, ਬਾਹਰੋਂ ਇਜ਼ਰਾਈਲ ਤੋਂ ਲੋਕ ਆਉਂਦੇ ਰਹੇ ਨੇ, ਉਹ ਕਹਿੰਦੇ ਲਓ ਸਲਾਹ ਲਓ, ਜਾਓ ਲੈ ਸਲਾਹ ਲੈਣੀ ਕੋਈ ਮਾੜੀ ਗੱਲ ਨਹੀਂ, ਪਰ MOU ਸਾਈਨ ਕਰਨਾ ਕਿੰਨੀ ਕੁ ਚੰਗੀ ਗੱਲ। ਦੇਖੋ ਜੀ, MOU ਜਿਹੜੇ ਸਾਈਨ ਕੀਤੇ ਆ ਕਿਹਦੇ ਨਾਲ ਕੀਤੇ ਆ, ਉਹ ਅਸੀਂ ਦਿੱਲੀ ਸਰਕਾਰ ਨਾਲ ਇਹ ਕੀਤਾ ਕਿ ਦਿੱਲੀ ਸਰਕਾਰ ਦੇ ਵਿੱਚ ਜੋ ਸਾਡੇ ਨੌਲੇਜ ਆ, ਨੌਲੇਜ ਸ਼ੇਅਰਿੰਗ ਉਹ ਸਾਈਨ ਹੋਇਆ ਵੀ ਨੌਲੇਜ ਸ਼ੇਅਰਿੰਗ ਅਸੀਂ ਐਗਰੀਮੈਂਟ ਸਾਈਨ ਕੀਤਾ। ਜੇ ਉਹਨਾਂ ਕੋਲੇ ਕੋਈ ਚੰਗੇ ਸਾਡੇ ਸਕੂਲਾਂ ਲਈ ਕੋਈ ਪ੍ਰੋਜੈਕਟ ਨੇ, ਸਕੂਲਾਂ ਲਈ ਚੰਗੇ ਦਿਸ਼ਾ ਨਿਰਦੇਸ਼ ਨੇ, ਉਹ ਅਸੀਂ ਲੈਣ ਨੂੰ ਤਿਆਰ ਹਾਂ। ਤੇ ਜਿਹੜੀ ਸਾਡੇ ਕੋਲ ਚੰਗੀ ਚੀਜ਼ ਆ, ਕੋਈ ਹਸਪੀਟਲਾਂ ਦੇ ਸਿਹਤ ਸਹੂਲਤਾਂ ਦੀ ਕੋਈ ਚੰਗੀ ਚੀਜ਼ ਆ, ਉਹ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ। ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ। ਨਸ਼ੇ ਦੀ ਗੱਲ ਕੀਤੀ ਹੈ, ਲੱਗਦਾ ਕਿ ਹੁਣ ਨਸ਼ਾ ਘਟਿਆ ਤੁਹਾਡੀ ਸਰਕਾਰ ਵੇਲੇ ਕਿ ਜਾਂ ਉਸੇ ਤਰ੍ਹਾਂ ਹੀ ਜਿਹੜਾ ਨਸ਼ਾ ਬਰਕਰਾਰ ਚੱਲਦਾ ਹੈ? ਨਹੀਂ, ਨਸ਼ੇ 'ਤੇ ਕੰਮ ਹੋ ਰਿਹਾ ਜੀ, ਨਸ਼ੇ 'ਤੇ ਬਹੁਤ ਜ਼ਿਆਦਾ ਕੰਟਰੋਲ ਆ। ਮੈਂ ਸਮਝਦਾ ਤਕਰੀਬਨ ਜਿਵੇਂ ਹੁਣ ਕੰਮ ਚੱਲ ਰਿਹਾ, ਜੇ ਇਵੇਂ ਹੀ ਕੰਮ ਚੱਲਦਾ ਗਿਆ ਤੇ ਹੋਰ ਤਕਰੀਬਨ ਬਹੁਤ ਹੀ ਛੇਤੀ ਥੋੜ੍ਹੇ ਸਮੇਂ ਦੇ ਵਿੱਚ ਇਹ ਜਿਹੜਾ ਨਸ਼ੇ ਨੂੰ ਪੂਰੀ ਤਰ੍ਹਾਂ ਠੱਲ ਪੈ ਜੂਗੀ। ਥੱਲੇ ਤਾਂ ਠੀਕ ਆ, ਆਪਾਂ ਥੱਲੇ ਖਤਮ ਕਰ ਦਿੰਦੇ, ਨਸ਼ਾ ਕਰਨ ਵਾਲੇ ਨੂੰ ਚੱਕ ਲੈਂਦੇ, ਪਰ ਉੱਪਰ ਜਿਹੜੇ ਕਿੰਗ ਪਿੰਨ ਨੇ ਉਹਨਾਂ ਦੇ ਕਿਵੇਂ ਨੱਥ ਪਾਈ? ਨਹੀਂ, ਅਸੀਂ ਥੱਲੇ ਤੋਂ ਅਸੀਂ ਉੱਪਰੋਂ ਹੀ ਕੰਮ ਸ਼ੁਰੂ ਕੀਤਾ ਹੋਇਆ। ਤਕਰੀਬਨ ਜਿਹੜੇ ਹਲਕੇ ਤੋਂ ਮੈਂ ਬਿਲੋਂਗ ਕਰਦਾ, ਹਲਕਾ ਧਰਮਕੋਟ ਤੋਂ ਬਿਲੋਂਗ ਕਰਦਾ, ਸਾਡੇ ਹਲਕੇ ਦੇ ਵਿੱਚ ਵੀ ਜਿਹੜੇ ਤਸਕਰ ਸੀਗੇ, ਵੱਡੇ ਤਸਕਰ ਬੈਠੇ ਸੀਗੇ, ਜਿਨ੍ਹਾਂ ਦਾ ਪਿਛਲੇ 70-75 ਸਾਲਾਂ ਦੇ ਵਿੱਚ ਕਿਸੇ ਦੀ ਸਰਕਾਰ ਆਈ ਆ, ਚਾਹੇ ਅਕਾਲੀ ਦਲ ਆਇਆ ਚਾਹੇ ਕਾਂਗਰਸ ਆਇਆ, ਉਹਨਾਂ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਸੀ। ਉਹਨਾਂ ਦਾ ਕਾਰੋਬਾਰ ਹਰੇਕ ਸਰਕਾਰ ਦੇ ਵਿੱਚ ਵਧਿਆ ਫੁੱਲਿਆ, ਪਰ ਐਤਕੀ ਇਸ ਸਰਕਾਰ ਦੇ ਵਿੱਚ ਜਿੰਨੇ ਵੀ ਉਹ ਤਸਕਰ ਸੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ। ਉਹਨਾਂ ਦੇ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਜ਼ਬਤ ਕੀਤੀਆਂ ਹੋਈਆਂ ਨੇ। ਮੇਰੇ ਹਲਕੇ ਦੇ ਵਿੱਚ ਦੌਲੇ ਵਾਲਾ ਪਿੰਡ ਆ, ਨੂਰਪੁਰਾ ਪਿੰਡ ਆ, ਸਾਰੀਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਅਟੈਚ ਕਰਕੇ ਉਹ ਸਾਰੀਆਂ ਜ਼ਬਤ ਕੀਤੀਆਂ ਨੇ। ਸੋ ਇਸ ਕਰਕੇ ਮੇਰੇ ਹਿਸਾਬ ਨਾਲ ਜਿਹੜੀਆਂ ਵੱਡੇ ਕਿੰਗ ਪਿੰਨ ਨੇ, ਅਸੀਂ ਪਹਿਲਾਂ ਉੱਥੋਂ ਸ਼ੁਰੂ ਕੀਤਾ, ਉਸ ਤੋਂ ਬਾਅਦ ਹੌਲੀ ਥੱਲੇ ਆ ਰਹੇ ਹਾਂ। ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਵਾਸਤੇ ਵੀ ਅਸੀਂ ਜਿਹੜੇ ਢੁਕਵੇਂ ਪ੍ਰਬੰਧ, ਜਿਵੇਂ ਨਸ਼ਾ ਛਡਾਊ ਕੈਂਪ ਹੋ ਗਏ, ਇਹ ਕੈਂਪ ਨਸ਼ਾ ਛਡਾਊ ਕੇਂਦਰ ਉਹ ਅਸੀਂ ਖੋਲ੍ਹ ਰਹੇ ਹਾਂ। ਸਾਡੇ ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰੀ ਤੌਰ 'ਤੇ 4 ਨਸ਼ਾ ਛਡਾਊ ਕੈਂਪ ਕੇਂਦਰ ਚੱਲ ਰਹੇ ਨੇ। ਤੇ ਅਸੀਂ ਅੱਜ ਕੱਲ੍ਹ ਹੀ ਅਸੀਂ ਸਿਹਤ ਮੰਤਰੀ ਸਾਹਿਬ ਨੂੰ ਮਿਲੇ ਸੀ, ਸਾਰੇ MLA ਸਾਹਿਬ ਇਕੱਠੇ ਹੋ ਕੇ, ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਦੀ ਕਪੈਸਿਟੀ ਜਿਹੜੇ 4 ਚੱਲ ਰਹੇ ਨੇ ਇਹਨਾਂ ਦੀ ਕਪੈਸਿਟੀ ਵਧਾਓ, ਇਹਨਾਂ ਦੇ ਉੱਤੇ ਬੈੱਡ ਵਧਾਓ ਤੇ ਨਾਲ ਸਾਨੂੰ ਹੋਰ ਸੈਂਟਰ ਦਿਓ। ਤੇ ਉਹਨਾਂ ਨੇ ਇਹ ਗੱਲ ਮੰਨੀ ਇਹ ਗੱਲ ਕਿ ਅਸੀਂ ਛੇਤੀ ਹੀ ਇਸ ਚੀਜ਼ ਦੇ ਵਿੱਚ ਸੁਧਾਰ ਲੈ ਕੇ। ਹਾਲਾਤ ਤਾਂ ਹੁਣ ਸੈਂਟਰਾਂ ਦੇ ਬੜੇ ਮਾੜੇ ਨੇ, ਕਿਉਂਕਿ ਇੱਕ ਫਤਿਹਗੜ੍ਹ ਸਾਹਿਬ ਦਾ ਸੈਂਟਰ ਲੈ ਲਓ, ਉਹ ਬਿਲਕੁਲ ਬੰਦ ਦੀ ਕਗਾਰ 'ਤੇ ਆ, ਬੰਦ ਪਿਆ ਆ, ਉਹਦੇ ਵਿੱਚ ਕੋਈ ਜਾਂਦਾ ਕੋਈ ਨਹੀਂ। ਪ੍ਰਾਈਵੇਟਲੀ ਹਾਂ ਦੇਖਿਆ ਕੋਈ ਨਾ ਕੋਈ ਨਸ਼ਾ ਛੁੱਟ ਜਾਂਦਾ, ਸਰਕਾਰੀ 'ਚ ਕਿਉਂ ਕਤਰਾਉਂਦੇ? ਅਸੀਂ ਕਰ ਰਹੇ ਹਾਂ ਜੀ, ਇਹ ਸਾਰੀ ਚੀਜ਼ਾਂ ਕੱਲ੍ਹ ਹੀ ਧਿਆਨ ਦੇ ਵਿੱਚ ਲਿਆਂਦੀਆਂ। ਇਹ ਸਾਰੀਆਂ ਸੈਂਟਰਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ, ਛੇਤੀ ਤੁਹਾਨੂੰ ਰਿਜ਼ਲਟ ਦੇਵਾਂਗੇ ਇਸ ਚੀਜ਼ ਦਾ। ਬੇਅਦਬੀ ਵਾਲਾ ਮੁੱਦਾ ਵੀ ਬੜਾ ਅਹਿਮ ਰਿਹਾ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ, ਪਰ ਬੇਅਦਬੀ ਵਾਲੇ ਮੁੱਦੇ ਦੇ ਵਿੱਚ ਹਜੇ ਤੱਕ ਸਰਕਾਰ ਜਿਹੜੀ ਉਹ ਠੋਸ ਕਾਰਵਾਈ ਤੇ ਨਹੀਂ ਆ। ਬੇਅਦਬੀ ਵਾਲਾ ਜਿਹੜਾ ਮੁੱਦਾ ਇਹ ਬੜਾ ਸੰਜੀਦਗਾ ਮੁੱਦਾ, ਇਹਦੇ ਉੱਤੇ ਵੀ ਅਸੀਂ, ਕਿਉਂਕਿ ਇਹ ਮੈਨੂੰ ਲੱਗਦਾ ਇਹਦੇ ਉੱਤੇ ਕਈ ਸਿੱਟਾਂ ਬਣ ਚੁੱਕੀਆਂ ਨੇ, ਮੈਨੂੰ ਲੱਗਦਾ 4 ਤੋਂ 5 ਸਿੱਟਾਂ ਬਣ ਚੁੱਕੀਆਂ ਨੇ। ਸਿੱਟ ਬਣਦੀ ਆ ਪਰ ਰਿਜ਼ਲਟ ਕੋਈ ਨਹੀਂ ਨਿਕਲਦਾ। ਬਿਲਕੁਲ, ਕਿਉਂਕਿ ਸਰਕਾਰਾਂ ਆਪਦੇ ਹਿਸਾਬ ਨਾਲ ਬਣਾਉਂਦੀਆਂ ਨੇ। ਸੋ ਇਸ ਮੁੱਦੇ ਉੱਤੇ ਵੀ ਸਰਕਾਰ ਕੰਮ ਕਰ ਰਹੀ ਆ ਤੇ ਛੇਤੀ ਤੁਹਾਨੂੰ ਇਹਦੇ ਦੇ ਉੱਤੇ ਵੀ ਨਤੀਜਾ ਕੱਢ ਕੇ ਦੇਵਾਂਗੇ। ਬੀਇੰਗ ਇੱਕ ਸਿੱਖ ਮੈਂ ਤੁਹਾਡਾ ਜੇ ਗੱਲ ਕਰਾਂ, ਤੁਹਾਨੂੰ ਲੱਗਦਾ ਕਿ ਸਿੱਟ ਬਣਨਾ ਹੱਲ ਹੁੰਦਾ ਕਦੇ ਵੀ ਕਿਸੇ ਚੀਜ਼ ਦਾ, ਕਿ ਕੇਵਲ ਸਿੱਟਾਂ ਸਿਰਫ ਖਾਣਾ ਪੂਰਤੀ ਲਈ ਬਣਾਈਆਂ ਜਾਂਦੀਆਂ, ਟਾਈਮ ਪਾਸ ਲਈ ਬਣਾਈਆਂ ਜਾਂਦੀਆਂ? ਦੇਖੋ, ਜਿਹੜੇ ਇਹਦੇ ਵਿੱਚ ਦੋਸ਼ੀ ਨੇ ਤਕਰੀਬਨ ਦੋਸ਼ੀ ਤਾਂ ਜਿਹੜੇ ਕਲਪਰੇਟ ਨੇ ਉਹ ਤਾਂ ਅੰਦਰ ਚਲੇ ਗਏ ਨੇ, ਪਰ ਉਹਨਾਂ ਦੇ ਜਿਹੜੇ ਪਿੱਛੇ ਲੋਕ ਸੀ ਜਿਨ੍ਹਾਂ ਦੀ ਇਹ ਮਨਸ਼ਾ ਸੀ, ਜਿਨ੍ਹਾਂ ਨੇ ਇਹ ਕੰਮ ਕਰਵਾਇਆ, ਉਹ ਅਜੇ ਬਾਹਰ ਫਿਰ ਰਹੇ ਨੇ। ਉਹਨਾਂ ਦੇ ਵਿਰੁੱਧ ਕੋਈ ਜੋ ਉਹਨਾਂ ਦੀਆਂ ਤਾਰਾਂ ਇੱਕ ਦੂਜੇ ਨਾਲ ਜੁੜਦੀਆਂ ਸੀ, ਉਹ ਚੀਜ਼ਾਂ ਨੂੰ ਖੰਗਾਲ ਕੇ
ਉਹ ਚੀਜ਼ਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਸੀਂ ਲੋਕਾਂ ਸਾਹਮਣੇ ਕਰਕੇ ਇਹਨਾਂ ਨੇ ਦਿਖਾਵਾਂਗੇ। ਵੀ ਜੇ ਸਿਆਸੀ ਹੱਥ ਵੱਡੇ ਹੋਣ ਤਾਂ ਫਿਰ ਫਿਲਟਰ ਲਾ ਦਿੱਤਾ ਜਾਊਗਾ ਵੀ ਛੱਡ ਦਿਓ ਇਹਨਾਂ ਨੂੰ, ਇਹ ਤਾਂ ਸਿਆਸੀ ਚ ਆ ਗਏ ਤੇ ਦੂਜਿਆਂ ਨੂੰ ਤਾਂ ਫੜ ਲਾਂਗੇ ਥੱਲੇ। ਨਹੀਂ, ਇਸ ਸਰਕਾਰ ਦੇ ਵਿੱਚ ਇਹ ਨਹੀਂ ਚੱਲੂਗਾ। ਤੁਸੀਂ ਅਜੇ ਅੱਜ ਹੀ ਦੇਖਿਆ ਕਿ ਪਿਛਲੀ 25 ਸਾਲਾਂ ਤੋਂ ਰਜਿੰਦਰ ਕੌਰ ਭੱਠਲ ਆਪਦੀ ਕੋਠੀ ਨੱਪੀ ਬੈਠੀ ਸੀ ਸਰਕਾਰੀ, ਤੇ ਅੱਜ ਉਹਨਾਂ ਨੂੰ ਕੋਠੀ ਤੋਂ ਬਾਹਰ ਕੀਤਾ ਹੈ। ਇਸ ਕਰਕੇ ਇਸ ਸਰਕਾਰ ਦੇ ਵਿੱਚ ਕੋਈ ਸਿਆਸੀ ਲੋਕਾਂ ਦੀ ਕੋਈ ਆਪਦੀ ਮਰਜ਼ੀ ਨਹੀਂ ਚੱਲੂਗੀ। ਠੀਕ ਹੈ, ਵਿਰੋਧੀ ਤੇਰੀ ਗੱਲ 'ਚ ਹੋਰ ਕਹਿੰਦਾ ਕਿ ਦੂਜੇ ਪਾਸਿਓਂ ਸਿਕਿਉਰਟੀਆਂ ਆਪਣੀਆਂ ਵਧਾਈਆਂ ਜਾਂਦੀਆਂ ਨੇ, ਸਾਡੀਆਂ ਘਟਾਈਆਂ ਜਾ ਰਹੀਆਂ ਨੇ, ਸਾਡੇ ਉੱਤੇ ਡੰਡਾ ਚੱਲਦਾ, ਸਾਤੋਂ ਕੋਠੀਆਂ ਖਾਲੀਆਂ ਕਰਾਉਂਦੀਆਂ, ਗੱਡੀਆਂ ਲੈ ਲਈਆਂ ਨੇ ਤੇ ਆਪਣਿਆਂ ਨੂੰ ਜਿਹੜੀਆਂ ਸੁਗਾਤਾਂ ਦਿੱਤੀਆਂ। ਦੇਖੋ ਜੀ, ਜਿਹੜਾ ਬੰਦਾ ਹਾਰ ਗਿਆ ਉਹਨੂੰ ਨਾ ਤਾਂ ਸਿਕਿਉਰਿਟੀ ਦੀ ਲੋੜ ਆ, ਕਿਉਂਕਿ ਜਿਹਨੂੰ ਲੋਕਾਂ ਨੇ ਨਕਾਰਤਾ ਉਹਨੂੰ ਕੀ ਲੋੜ ਆ, ਉਹਨੂੰ ਸੁਰੱਖਿਆ ਦੀ ਕੀ ਲੋੜ ਆ। ਤੇ ਜਦੋਂ ਬੰਦਾ ਇਹਨੂੰ ਲੋਕਾਂ ਨੇ ਨਕਾਰਤਾ, ਹਲਕੇ ਦੇ ਲੋਕਾਂ ਨੇ ਉਹਨੂੰ ਨਹੀਂ ਮੰਨਿਆ ਵੀ ਹੁਣ ਸਾਡੇ ਤੋਂ ਹਲਕੇ ਦੀ ਆਵਾਜ਼ ਨਹੀਂ ਤੂੰ ਚੱਕ ਸਕਦਾ, ਤਾਂ ਉਹਨੇ ਫਿਰ ਚੰਡੀਗੜ੍ਹ ਰਹਿ ਕੇ ਵੀ ਕੀ ਕਰਨਾ, ਕਾਹਦੇ ਵਾਸਤੇ ਚੰਡੀਗੜ੍ਹ ਰਹਿ ਰੱਖਣੀ ਆ। ਨਾਲੇ ਜਿਹੜੇ ਪੁਰਾਣੇ ਲੀਡਰ ਨੇ ਇਹਨਾਂ ਕੋਲ ਤਾਂ ਵੱਡੇ ਵੱਡੇ ਬੰਗਲੇ ਨੇ ਚੰਡੀਗੜ੍ਹ 'ਚ, ਇਹ ਫਰੈਟਾ ਫਰੂਟ ਤਾਂ ਇਹਨਾਂ ਨੇ ਆਪਦੇ ਗਨਮੈਨਾਂ ਵਾਸਤੇ ਰੱਖੇ ਸੀ, ਤੇ ਜੇ ਉਹ ਉੱਥੋਂ ਹੁਣ ਸਮਾਨ ਚੁਕਾਦਾ ਤਾਂ ਕੋਈ ਗਲਤ ਨਹੀਂ ਕੀਤਾ। ਉਹ ਸਰਕਾਰ ਦੇ ਐਵੇਂ ਵਾਧੂ ਬੋਝ ਪਾਇਆ ਸੀ ਇਹਨਾਂ ਨੇ, ਤੋ ਰਹਿੰਦੇ ਤਾਂ ਇਹ ਆਪਦੀਆਂ ਕੋਠੀਆਂ 'ਚ ਸੀ, ਤੇ ਉਹ ਤਾਂ ਸਿਰਫ ਆਪਦੇ ਜਿਹੜੇ ਨਾਲ ਐਸ਼ ਕਰਨ ਵਾਸਤੇ ਉਹ ਫਲੈਟ ਰੱਖੇ ਸੀ। ਸੋ ਇਸ ਕਰਕੇ ਬੜੀ ਵਧੀਆ ਇਹ ਜਿਹੜੀ ਕਾਰਵਾਈ ਕੀਤੀ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ। ਸਿਰਫ ਇੱਕ ਲਾਸਟ ਸਵਾਲ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਨਾਲ ਦੇਖਿਆ ਜਾਊਗਾ ਆਮ ਆਦਮੀ ਪਾਰਟੀ ਨੂੰ ਕਾਰਗੁਜ਼ਾਰੀ? ਪੂਰੀ ਫਾਰਮ ਦੇ ਵਿੱਚ ਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ। ਜਿਸ ਤਰ੍ਹਾਂ ਪਹਿਲੇ 50 ਦਿਨਾਂ ਦਾ ਤੁਹਾਨੂੰ ਕੰਮ ਕਰਕੇ ਵਿਖਾਇਆ, ਅੱਜ ਰਿਪੋਰਟ ਕਾਰਡ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਦੇਖੀ ਜਾਓ, ਇੱਦਾਂ ਹੀ ਕੰਮ ਹੋਣਗੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਦਵਿੰਦਰ ਸਿੰਘ ਲਾਡੀ ਹੋਣੀ, ਜਿਨ੍ਹਾਂ ਉੱਤੇ ਚਰਚਾ ਕੀਤੀ ਆਮ ਆਦਮੀ ਪਾਰਟੀ ਨੂੰ ਲੈ ਕੇ, ਪਰ ਇਹਨਾਂ ਦੇ ਹਲਕੇ ਬਾਰੇ ਵੀ ਕਦੇ ਚਰਚਾ ਕੀਤੀ ਜਾਊਗੀ ਇਹਨਾਂ ਦੇ ਹਲਕੇ ਦੇ ਵਿੱਚ ਜਾ ਕੇ ਹੀ। ਸੋ ਫਿਲਹਾਲ ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦੇ ਇਜਾਜ਼ਤ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।